ਬਹੁਤ ਪਹਿਲਾਂ ਜੰਗਲ ਵਿੱਚ ਇੱਕ ਭੇੜੀਆ ਹੁੰਦਾ ਸੀ ਜਿਹੜਾ ਆਪਣੇ ਪਰਿਵਾਰ ਲਈ ਖਾਣਾ ਲੱਭ ਰਿਹਾ ਸੀ। ਜੰਗਲ ਵਿੱਚ ਉਹਨੂੰ ਇੱਕ ਆਵਾਜ਼ ਸੁਣਾਈ ਦਿੱਤੀ। ਲੱਭਣ ਤੇ ਉਹਨੂੰ ਝਾੜੀਆਂ ਦੇ ਪਿੱਛੇ ਇੱਕ ਛੋਟਾ ਜਿਹਾ ਜਵਾਕ ਮਿਲਿਆ। ਇਹ ਤਾਂ ਮਨੁੱਖ ਦਾ ਬੱਚਾ ਹੈ, ਭੇੜੀਆ ਚੌਂਕ ਕੇ ਬੋਲਿਆ। ਉਹ ਉਸ ਜਵਾਕ ਨੂੰ ਘਰ ਲੈ ਗਿਆ ਉਹਦੀ ਰੱਖਿਆ ਕਰਨ ਲਈ। ਜੰਗਲ ਦਾ ਬਾਘ ਸ਼ੇਰ ਖਾਨ ਇਹ ਦੇਖ ਕੇ ਨਾਰਾਜ਼ ਹੋਇਆ ਕਿਉਂਕਿ ਉਸ ਜਵਾਕ ਨੂੰ ਮਨੁੱਖਾਂ ਤੋਂ ਉਹ ਚੋਰੀ ਕਰਕੇ ਲਿਆਇਆ ਸੀ। ਭੇੜੀਏ ਦੇ ਪਰਿਵਾਰ ਨੂੰ ਇਹ ਜਵਾਕ ਬੜਾ ਪਿਆਰਾ ਲੱਗਿਆ। ਅਸੀਂ ਇਹਨੂੰ ਮੋਗਲੀ ਸੱਦਾਂਗੇ। ਉਸ ਦਿਨ ਤੋਂ ਮੋਗਲੀ ਆਪਣੇ ਭੇੜੀਏ ਭਰਾਵਾਂ ਦੇ ਨਾਲ ਰਹਿਣ ਲੱਗਾ। ਮਾਂ ਉਹਦਾ ਬੜਾ ਖਿਆਲ ਰੱਖਦੀ ਜਿਵੇਂ ਉਹਦਾ ਆਪਣਾ ਜਵਾਕ ਹੋਵੇ। ਬੜੀ ਛੇਤੀ ਉਹਦੀ ਸਾਰੇ ਜਾਨਵਰਾਂ ਨਾਲ ਦੋਸਤੀ ਹੋ ਗਈ। ਉਹ ਉਹਨਾਂ ਨਾਲ ਖੇਲਣ ਕੁੱਦਣ ਲੱਗਾ ਅਤੇ ਜੰਗਲ ਦਾ ਚੱਪਾ ਚੱਪਾ ਜਾਣ ਚੁੱਕਾ ਸੀ। ਐਸੇ ਦੌਰਾਨ ਸ਼ੇਰ ਖਾਨ ਮੋਗਲੀ ਉੱਤੇ ਦੂਰੋਂ ਨਜ਼ਰ ਰੱਖੇ ਹੋਏ ਸੀ ਅਤੇ ਮੌਕਾ ਲੱਭ ਰਿਹਾ ਸੀ ਕਿ ਕਦੋਂ ਉਹਨੂੰ ਫੜ ਸਕੇ। ਇੱਕ ਦਿਨ ਭੇੜੀਆ ਕਾਲਾ, ਭਾਲੂ ਬਲੂ ਅਤੇ ਤੇਂਦੂਆ ਬਗੀਰਾ ਮਿਲੇ ਮੋਗਲੀ ਦੀ ਗੱਲ ਕਰਨ ਲਈ। ਮਨੁੱਖ ਦੇ ਬੱਚੇ ਸਿਆਣੇ ਹੁੰਦੇ ਨੇ, ਕਿਉਂ ਨਾ ਉਹਨੂੰ ਜੰਗਲ ਦਾ ਬੱਚਾ ਬਣਾ ਲਈਏ। ਬੱਲੂ ਤੇ ਬਗੀਰਾ, ਤੁਸੀਂ ਦੋਨੋਂ ਉਹਦੀ ਰੱਖਿਆ ਕਰੋਗੇ ਤੇ ਉਹਨੂੰ ਜੰਗਲ ਦੇ ਤਰੀਕੇ ਸਿਖਾਓਗੇ। ਅਕੇਲਾ ਨੇ ਕਿਹਾ। ਕਈ ਸਾਲ ਬੀਤ ਗਏ। ਬੱਲੂ ਬਹੁਤ ਧਿਆਨ ਨਾਲ ਮਾਸਟਰੀ ਕਰ ਰਿਹਾ ਸੀ। ਉਸ ਨੇ ਉਹਨੂੰ ਫਲ ਲੱਭਣਾ ਤੇ ਸ਼ਹਿਦ ਕੱਢਣਾ ਸਿਖਾਇਆ। ਮੋਗਲੀ ਬੱਲੂ ਦੀਆਂ ਗੱਲਾਂ ਚੰਗੀ ਤਰ੍ਹਾਂ ਸੁਣਦਾ ਸੀ। ਹਰ ਰੋਜ਼ ਉਹ ਉੱਚੇ ਤੋਂ ਉੱਚੇ ਪੇੜ ਤੇ ਚੜ੍ਹ ਕੇ ਖਾਣਾ ਖਾਂਦਾ ਸੀ। ਬੱਲੂ ਨੇ ਉਹਨੂੰ ਜੰਗਲ ਦੀ ਆਵਾਜ਼ ਨੂੰ ਪਛਾਣਨਾ ਵੀ ਸਿਖਾਇਆ। ਉਹਨੂੰ ਮੋਗਲੀ ਉੱਤੇ ਨਾਜ਼ ਸੀ। ਕੀ ਭੱਜਦਾ ਸੀ ਮੋਗਲੀ ਤੇ ਕੀ ਤੈਰਦਾ ਸੀ। ਬਗੀਰਾ ਨੇ ਉਹਨੂੰ ਸਿਖਾਇਆ ਕਿਵੇਂ ਮਨੁੱਖ ਦੇ ਫੰਦਿਆਂ ਨੂੰ ਪਛਾਣੇ ਅਤੇ ਕਿੱਦਾਂ ਉਹਨਾਂ ਤੋਂ ਬਚੇ। ਇੱਕ ਦਿਨ ਇੱਕ ਨਿੱਕਾ ਭੇੜੀਆ ਇੱਕ ਫੰਦੇ ਵਿੱਚ ਫਸ ਗਿਆ। ਸ਼ੇਰ ਖਾਨ ਇਸ ਜਵਾਕ ਦਾ ਸ਼ਿਕਾਰ ਕਰਕੇ ਇਹਨੂੰ ਖਾਣਾ ਚਾਹੁੰਦਾ ਸੀ, ਪਰ ਉਸ ਤੋਂ ਇੱਕ ਕਦਮ ਪਹਿਲਾਂ ਮੋਗਲੀ ਨੇ ਉਹਨੂੰ ਬਚਾ ਲਿਆ। ਸ਼ੇਰ ਖਾਨ ਨੂੰ ਇਹ ਹਾਰ ਬੁਰੀ ਲੱਗੀ। ਬੱਲੂ ਨੇ ਮੋਗਲੀ ਨੂੰ ਖਤਰੇ ਵੇਲੇ ਲਾਉਣ ਵਾਲੀ ਆਵਾਜ਼ ਵੀ ਸਿਖਾਈ। ਮੋਗਲੀ ਨੂੰ ਇਹ ਵੀ ਚੇਤੇ ਹੋ ਗਿਆ ਜੰਗਲ ਦਾ ਕੋਈ ਵੀ ਜਾਨਵਰ ਮੋਗਲੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੀ। ਇਹ ਜਾਣ ਕੇ ਕਿ ਉਹ ਮੋਗਲੀ ਨੂੰ ਇਕੱਲਾ ਨਹੀਂ ਫੜ ਸਕੇਗਾ, ਸ਼ੇਰ ਖਾਨ ਜੰਗਲ ਦੇ ਸਭ ਤੋਂ ਖਤਰਨਾਕ ਜਾਨਵਰ ਬਾਂਦਰਾਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਮੋਗਲੀ ਦੇ ਬਾਰੇ ਦੱਸਿਆ। ਮੋਗਲੀ ਨੂੰ ਜੋ ਵੀ ਆਉਂਦਾ ਹੈ, ਜੇ ਉਹ ਸਾਨੂੰ ਸਿਖਾ ਦੇ ਤੇ ਅਸੀਂ ਸਭ ਨਾਲੋਂ ਸਿਆਣੇ ਜਾਨਵਰ ਬਣ ਜਾਵਾਂਗੇ। ਇੱਕ ਦਿਨ ਜਦੋਂ ਮੋਗਲੀ ਆਪਣੇ ਲਈ ਬਰਸਾਤੀ ਬਣਾ ਰਿਹਾ ਸੀ ਤੇ ਬਾਂਦਰ ਉਹਨੂੰ ਦੂਰ ਤੋਂ ਲੁਕ-ਲੁਕ ਕੇ ਦੇਖ ਰਹੇ ਸੀ। ਉਹ ਉਹਨੂੰ ਕਿਡਨੈਪ ਕਰਨ ਦਾ ਮੌਕਾ ਪਾਲ ਰਹੇ ਸੀ। ਸ਼ਾਮ ਹੁੰਦੇ ਹੀ ਉਹ ਮੋਗਲੀ ਨੂੰ ਚੁੱਕ ਕੇ ਸੰਘਣੇ ਜੰਗਲ ਵਿੱਚ ਆਪਣੇ ਅੱਡੇ ਤੇ ਲੈ ਗਏ। ਉਹ ਹੁਣ ਬਾਂਦਰਾ ਬਚਾਲੇ ਸੀ। ਮੋਗਲੀ ਨੂੰ ਜਦ ਸਮਝ ਆਇਆ ਕਿ ਉਹਨੂੰ ਕਿਡਨੈਪ ਕੀਤਾ ਗਿਆ ਹੈ, ਉਹ ਸੋਚਣ ਲੱਗਿਆ ਉਹਨੂੰ ਕਿਸੇ ਵੀ ਤਰ੍ਹਾਂ ਬਗੀਰਾ ਤੇ ਬੱਲੂ ਨੂੰ ਖਬਰ ਦੇਣੀ ਹੋਵੇਗੀ। ਅਚਾਨਕ ਉਹਨੂੰ ਵਲਚਰ ਚੀਲ ਦਿਸਿਆ ਅਸਮਾਨ ਵਿੱਚ ਉੜਦਾ। ਉਹਨੂੰ ਖਤਰੇ ਵਾਲੀ ਆਵਾਜ਼ ਚੇਤੇ ਆਈ। ਆਪਣਾ ਖੂਨ ਇੱਕੋ ਰੰਗ ਲਾਲ ਲਾਲ। ਇਹ ਸੁਣਦੇ ਹੀ ਚੀਲ ਸਮਝ ਗਿਆ ਕਿ ਮੋਗਲੀ ਉਹਦਾ ਕੋਈ ਆਪਣਾ ਹੀ ਹੈ ਅਤੇ ਇਹ ਕਿ ਉਹ ਖਤਰੇ ਵਿੱਚ ਹੈ। ਮੇਰਾ ਨਾਮ ਮੋਗਲੀ ਹੈ। ਬੱਲੂ ਤੇ ਬਗੀਰਾ ਨੂੰ ਦੱਸੋਗੇ ਕਿ ਮੈਂ ਫਸਿਆ ਹੋਇਆ ਹਾਂ? ਬਿਲਕੁਲ, ਚੀਲ ਬੋਲਿਆ ਅਤੇ ਉਹਨੇ ਉੱਡੀ ਮਾਰੀ ਖਬਰ ਪਹੁੰਚਾਉਣ ਲਈ। ਬਾਂਦਰ ਉਹਨੂੰ ਚੁੱਕ ਕੇ ਆਪਣੀ ਗੁਫਾ ਵਿੱਚ ਲੈ ਗਏ। ਬਾਂਦਰ ਨਗਰ ਵਿੱਚ
ਇਹ ਜੰਗਲ ਵਿੱਚ ਇੱਕ ਕਿਲਾ ਸੀ ਜਿਹਨੂੰ ਮਨੁੱਖ ਕਈ ਸਾਲ ਪਹਿਲਾਂ ਛੱਡ ਗਏ ਸੀ। ਮੋਗਲੀ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਪਰ ਫਾਇਦਾ ਨਹੀਂ ਹੋਇਆ। ਬਗੀਰਾ ਅਤੇ ਬੱਲੂ ਨੇ ਸੱਪ ਕੋਲੋਂ ਮਦਦ ਮੰਗੀ। ਉਹ ਤਿੰਨੋਂ ਬਾਂਦਰ ਨਗਰ ਵਿੱਚ ਇੱਕ ਮੂਰਤੀ ਦੇ ਪਿੱਛੇ ਲੁਕ ਗਏ। ਉਹਨਾਂ ਨੂੰ ਕਈ ਬਾਂਦਰ ਮੋਗਲੀ ਦੇ ਆੜੇ ਦੁਆੜੇ ਦਿਖ ਰਹੇ ਸੀ। ਉਹ ਮੋਗਲੀ ਨੂੰ ਬਚਾਉਣ ਦਾ ਮੌਕਾ ਲੱਭ ਰਹੇ ਸੀ ਅਤੇ ਮੌਕਾ ਆਂਦੇ ਹੀ ਕਾਂ ਬੋਲਿਆ, ਹੁਣੇ ਚਲੋ, ਸਹੀ ਮੌਕਾ ਹੈ। ਬਗੀਰਾ ਪਹਿਲਾਂ ਗਿਆ ਹੌਲੀ ਜਿਹੇ ਬਾਂਦਰਾਂ ਨੂੰ ਡਰਾਉਣ। ਫਿਰ ਉਹ ਆਪਣੇ ਪੰਜਿਆਂ ਨਾਲ ਬਾਂਦਰਾਂ ਤੇ ਵਾਰ ਕਰਨ ਲੱਗਾ। ਸਾਰੇ ਬਾਂਦਰ ਡਰ ਦੇ ਮਾਰੇ ਭੱਜੇ। ਉਹਨਾਂ ਵਿੱਚੋਂ ਇੱਕ ਨੇ ਬਾਕੀਆਂ ਨੂੰ ਬੁਲਾ ਲਿਆ। ਅਚਾਨਕ ਬਗੀਰਾ ਨੂੰ ਬਾਂਦਰਾਂ ਨੇ ਘੇਰ ਲਿਆ। ਬਾਂਦਰਾਂ ਨੇ ਮੋਗਲੀ ਨੂੰ ਫੜ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੋਗਲੀ ਨੂੰ ਬਗੀਰਾ ਦੇ ਲੜਨ ਦੀ ਆਵਾਜ਼ ਆ ਰਹੀ ਸੀ। ਉਹਨੂੰ ਚੇਤੇ ਸੀ ਕਿ ਖੰਡਰ ਦੇ ਥੱਲੇ ਪਾਣੀ ਦਾ ਕੁੰਡ ਹੈ ਅਤੇ ਉਹਨੂੰ ਇਹ ਵੀ ਪਤਾ ਸੀ ਕਿ ਬਾਂਦਰ ਪਾਣੀ ਤੋਂ ਡਰਦੇ ਨੇ। ਬਗੀਰਾ, ਛੇਤੀ ਪਾਣੀ ਵਿੱਚ ਛਾਲ ਮਾਰ। ਹੁਣ ਬੱਲੂ ਨੂੰ ਵੀ ਬਾਂਦਰਾਂ ਨੇ ਘੇਰ ਲਿਆ। ਬੱਲੂ ਆਪਣੇ ਨੂੰ ਬਚਾਉਣ ਲਈ ਆਪਣੇ ਪੰਜਿਆਂ ਨਾਲ ਲੜ ਰਿਹਾ ਸੀ। ਉਹ ਚੰਗਾ ਲੜ ਰਿਹਾ ਸੀ ਪਰ ਬਾਂਦਰ ਬਹੁਤ ਜ਼ਿਆਦਾ ਸੀ ਅਤੇ ਬੱਲੂ ਕੱਲਾ ਪੈ ਗਿਆ। ਉਧਰ ਬਗੀਰਾ ਪਾਣੀ ਵਿੱਚ ਬੇਬਸ ਸੀ। ਆਪਣੇ ਦੋਸਤ ਦੀ ਮਦਦ ਨਹੀਂ ਕਰ ਪਾ ਰਿਹਾ ਸੀ। ਬੱਲੂ ਬਾਂਦਰਾਂ ਵਿੱਚ ਉਲਝਿਆ ਹੋਇਆ ਸੀ ਕਿ ਕਾਂ ਉੱਥੇ ਆਇਆ। ਕਾਂ ਨੇ ਆਪਣੀ ਪੂੰਛ ਨਾਲ ਬਾਂਦਰਾਂ ਨੂੰ ਚਪੇੜ ਮਾਰੀ ਅਤੇ ਉਹ ਸਾਰੇ ਭੱਜੇ। ਬਾਂਦਰ ਕਾਂ ਕੋਲੋਂ ਹਮੇਸ਼ਾ ਡਰਦੇ ਸੀ। ਉਹਦੇ ਸਾਹਮਣੇ ਟਿਕ ਨਹੀਂ ਪਾਉਂਦੇ ਸੀ। ਜਦੋਂ ਉਹ ਲੋਕ ਉੱਥੋਂ ਦੂਰ ਸੰਘਣੇ ਜੰਗਲ ਵਿੱਚ ਚਲੇ ਗਏ, ਬੱਲੂ ਆਜ਼ਾਦ ਹੋ ਗਿਆ। ਫਿਰ ਕਾਂ ਨੇ ਆਪਣੀ ਫੂਕ ਮਾਰੀ ਅਤੇ ਬਾਂਦਰ ਸਾਰੇ ਸੁੰਨ ਹੋ ਗਏ। ਉਹਨਾਂ ਦੀ ਆਵਾਜ਼ ਬੰਦ ਹੋ ਗਈ ਅਤੇ ਇੱਕਦਮ ਸੰਨਾਟਾ ਹੋ ਗਿਆ। ਮੌਕੇ ਦਾ ਫਾਇਦਾ ਚੁੱਕਦੇ ਹੋਏ ਬਗੀਰਾ ਪਾਣੀ ਤੋਂ ਬਾਹਰ ਨਿਕਲਿਆ। ਮੋਗਲੀ ਉਸ ਕਮਰੇ ਚੋਂ ਚਿল্ਲਾਇਆ, ਮੈਂ ਇੱਥੇ ਹਾਂ, ਇਸ ਕਮਰੇ ਵਿੱਚ। ਕਾਂ ਨੇ ਆਪਣੀ ਪੂੰਛ ਦੇ ਕੇ ਮਾਰੀ ਅਤੇ ਕੰਧ ਡਿੱਗ ਪਏ ਅਤੇ ਮੋਗਲੀ ਛਾਲ ਮਾਰ ਕੇ ਬਾਹਰ ਆਇਆ। ਬੱਲੂ ਨੇ ਉਹਨੂੰ ਗਲੇ ਲਾ ਲਿਆ। ਤੂੰ ਠੀਕ ਤਾਂ ਹੈ ਨਾ ਮੋਗਲੀ? ਹਾਂ, ਠੀਕ ਹਾਂ, ਪਰ ਭੁੱਖ ਲੱਗੀ ਹੈ ਬੜੀ। ਤੁਸੀਂ ਸਾਰਿਆਂ ਨੇ ਆਪਣੀ ਨਾ ਸੋਚ ਕੇ ਮੇਰੀ ਜਾਨ ਬਚਾਈ। ਤੁਸੀਂ ਨਾ ਹੁੰਦੇ ਤਾਂ ਇਹ ਨਾ ਹੁੰਦਾ। ਥੈਂਕ ਯੂ। ਮੋਗਲੀ, ਬੱਲੂ ਤੇ ਬਗੀਰਾ ਕਾਂ ਨੂੰ ਬਾਏ ਕਹਿ ਕੇ ਘਰ ਵੱਲ ਤੁਰ ਪਏ। ਹੁਣ ਸ਼ੇਰ ਖਾਨ ਨੂੰ ਇਹ ਗੱਲ ਸਮਝ ਆ ਗਈ ਕਿ ਜਿਹਦੇ ਰਿਸ਼ਤੇ ਇੰਨੇ ਮਜ਼ਬੂਤ ਹੋਣ ਉਹ ਉਹਨੂੰ ਸੱਟ ਨਹੀਂ ਪੁਜਾ ਸਕਦਾ। ਉਹ ਆਪਣੇ ਘਰ ਨੂੰ ਪਰਤ ਗਿਆ, ਫੇਰ ਨਹੀਂ ਮੁੜਿਆ। ਕਈ ਸਾਲ ਲੰਘ ਗਏ ਅਤੇ ਮੋਗਲੀ ਇੱਕ ਗੱਭਰੂ ਜਵਾਨ ਬਣ ਗਿਆ ਸੀ। ਇੱਕ ਦਿਨ ਉਹ ਮਨੁੱਖਾਂ ਦੇ ਪਿੰਡ ਦੇ ਨੇੜੇ ਗਿਆ। ਉਹਨੂੰ ਇੱਕ ਜਨਾਨੀ ਦਿਸੀ ਜਿਨੇ ਉਹਨੂੰ ਪਛਾਣ ਲਿਆ। ਇਹ ਉਹ ਪੁੱਤਰ ਸੀ ਜਿਹਨੂੰ ਇੱਕ ਬਾਘ ਨੇ ਕਈ ਸਾਲ ਪਹਿਲਾਂ ਖੋਹ ਲਿਆ ਸੀ। ਉਹਨੇ ਉਹ ਜਵਾਕ ਮੋਗਲੀ ਨੂੰ ਦੇ ਦਿੱਤਾ। ਮੋਗਲੀ ਚੌਂਕ ਗਿਆ ਕਿਉਂਕਿ ਇਹ ਜਵਾਕ ਬਿਲਕੁਲ ਬਚਪਨ ਦਾ ਮੋਗਲੀ ਲੱਗਦਾ ਸੀ। ਤਾਂ ਉਹਨੂੰ ਸਮਝ ਆਇਆ ਕਿ ਉਹ ਜਵਾਕ ਉਹਦਾ ਭਰਾ ਅਤੇ ਉਹ ਜਨਾਨੀ ਉਹਦੀ ਮਾਂ ਹੈ। ਬੱਲੂ, ਬਗੀਰਾ ਅਤੇ ਕਾਂ ਉਹਨਾਂ ਨੂੰ ਦੇਖ ਰਹੇ ਸੀ। ਹੁਣ ਤੁਸੀਂ ਆਪਣੇ ਪਰਿਵਾਰ ਨਾਲ ਰਹਿ ਸਕਦੇ ਹੋ ਮੋਗਲੀ। ਲੋੜ ਹੋਵੇ ਜੇ ਸਾਡੀ ਮਹਿਸੂਸ ਤਾਂ ਆਵਾਜ਼ ਦੇ ਦੀ ਬਸ। ਤੁਸੀਂ ਸਾਡੇ ਭਰਾ ਹੋ, ਇੰਨਾ ਭੁੱਲੇ ਕਦੀ। ਗੁੱਡ ਬਾਏ ਮੋਗਲੀ। ਉਹਦੇ ਦੋਸਤਾਂ ਨੇ ਉਹਦੇ ਤੋਂ ਵਿਦਾ ਲਿੱਤੀ ਅਤੇ ਮੋਗਲੀ ਆਪਣੇ ਇਸ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਿਹਾ। ਪਰ ਉਹ ਆਪਣੇ ਜੰਗਲ ਦੇ ਉਸ ਪਰਿਵਾਰ ਨੂੰ ਕਦੇ ਨਹੀਂ ਭੁੱਲਿਆ ਜਿਨ੍ਹਾਂ ਨਾਲ ਪਿਆਰ ਦਾ ਰਿਸ਼ਤਾ ਸੀ।
ਇੱਕ ਸਮੇਂ ਦੀ ਗੱਲ ਹੈ, ਇੱਕ ਪਤੀ ਤੇ ਪਤਨੀ ਦਾ ਜੋੜਾ ਸੀ। ਉਹਨਾਂ ਦੇ ਕੋਈ ਜਵਾਕ ਨਹੀਂ ਸੀ, ਪਰ ਉਹਨਾਂ ਨੂੰ ਇੱਕ ਬੇਟੀ ਦੀ ਬੜੀ ਇੱਛਾ ਸੀ। ਕੁਝ ਦਿਨਾਂ ਬਾਅਦ ਉਹਨਾਂ ਨੂੰ ਜਵਾਕ ਹੋਣ ਵਾਲਾ ਸੀ। ਇੱਕ ਦਿਨ ਉਹਨਾਂ ਨੂੰ ਬਾਰੀ ਦੇ ਬਾਹਰ ਇੱਕ ਲੈਟਿਊਸ ਗਾਰਡਨ ਦਿਖਿਆ। ਉਦੋਂ ਤੋਂ ਉਹਨੂੰ ਉੱਥੋਂ ਲੈਟਿਊਸ ਖਾਣ ਦੀ ਇੱਛਾ ਹੋਈ। ਪਤਾ ਨਹੀਂ ਕਦੋਂ ਮੈਂ ਉਹ ਲੈਟਿਊਸ ਖਾ ਪਾਵਾਂਗੀ। ਉਹਨਾਂ ਦੀ ਭੁੱਖ ਘੱਟ ਹੋਣ ਲੱਗੀ ਅਤੇ ਤਬੀਅਤ ਵੀ ਖਰਾਬ ਰਹਿਣ ਲੱਗੀ। ਇੱਕ ਦਿਨ ਉਹਨਾਂ ਦੇ ਪਤੀ ਨੂੰ ਬੜੀ ਫਿਕਰ ਹੋਈ ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਉਹਦੇ ਲਈ ਮੁੱਠੀ ਭਰ ਲੈਟਿਊਸ ਲੈ ਕੇ ਆਵੇਗਾ। ਤੂੰ ਫਿਕਰ ਨਾ ਕਰ, ਮੈਂ ਤੇਰੇ ਲਈ ਲੈਟਸ ਲੈ ਆਵਾਂਗਾ। ਪਰ ਉਹਦੇ ਵਿੱਚ ਬਹੁਤ ਖਤਰਾ ਹੈ। ਉਹ ਘਰ ਸੀ ਇੱਕ ਡਾਇਨ ਦਾ ਅਤੇ ਉਹਦੇ ਚਾਰੋਂ ਪਾਸੇ ਉੱਚੀਆਂ ਉੱਚੀਆਂ ਕੰਧਾਂ ਸੀ, ਜਿਹਦੇ ਉੱਤੇ ਚੜ੍ਹਨ ਦੀ ਕੋਈ ਸੋਚਦਾ ਵੀ ਨਹੀਂ ਸੀ। ਉਹ ਪੂਰਾ ਜ਼ੋਰ ਲਾ ਕੇ ਉਸ ਕੰਧ ਤੇ ਚੜ੍ਹਿਆ, ਗਾਰਡਨ ਵਿੱਚ ਗਏ ਅਤੇ ਉਹਨਾਂ ਨੇ ਮੁੱਠੀ ਭਰ ਕੇ ਲੈਟਿਊਸ ਕੱਢਿਆ। ਉਹਨਾਂ ਦੀ ਪਤਨੀ ਨੇ ਬੜੇ ਚਾਅ ਨਾਲ ਲੈਟਿਊਸ ਖਾਧਾ ਅਤੇ ਚੰਗਾ ਮਹਿਸੂਸ ਕਰਨ ਲੱਗੀ। ਪਰ ਇੱਕ ਮੁੱਠੀ ਲੈਟਿਊਸ ਨਾਲ ਉਹਦਾ ਜੀ ਨਹੀਂ ਭਰਿਆ। ਅਗਲੇ ਦਿਨ ਉਹਨਾਂ ਦੇ ਪਤੀ ਫੇਰ ਉਸ ਗਾਰਡਨ ਵਿੱਚ ਆਏ, ਪਰ ਇਸ ਵਾਰੀ ਉਹ ਡਾਇਨ ਉੱਥੇ ਹੀ ਖੜੀ ਸੀ। ਐਨੀ ਹਿੰਮਤ ਕਿ ਮੇਰੇ ਗਾਰਡਨ ਵਿੱਚ ਆ ਕੇ ਮੇਰੇ ਲੈਟਿਊਸ ਚੋਰੀ ਕਰਦੇ ਹੋ। ਮੇਰੀ ਪਤਨੀ ਪੇਟ ਸੇ ਹੈ ਤੇ ਉਹਨੂੰ ਤੁਹਾਡੇ ਲੈਟਸ ਬਹੁਤ ਪਸੰਦ ਨੇ। ਤੂੰ ਮੈਨੂੰ ਪੁੱਛ ਤਾਂ ਸਕਦਾ ਸੀ। ਅਸੀਂ ਸਾਰੇ ਤੁਹਾਡੇ ਤੋਂ ਡਰਦੇ ਹਾਂ। ਲੱਗਿਆ ਸੀ ਤੁਸੀਂ ਹਾਂ ਨਹੀਂ ਕਹੋਗੇ। ਮੈਨੂੰ ਮਾਫ ਕਰ ਦੇਵੋ। ਮਾਫ ਕਰ ਦਵਾਂ? ਤੈਨੂੰ ਤਾਂ ਸਜ਼ਾ ਮਿਲੇਗੀ। ਜੇ ਮੇਰੀ ਪਤਨੀ ਨੇ ਲੈਟਸ ਨਹੀਂ ਖਾਧਾ ਤਾਂ ਉਹ ਬਿਮਾਰ ਹੋ ਜਾਵੇਗੀ ਤੇ ਬੱਚੇ ਨੂੰ ਵੀ ਬੜੀ ਪਰੇਸ਼ਾਨੀ ਹੋਵੇਗੀ। ਪਲੀਜ਼। ਫੇਰ ਕਿਉਂ ਨਾ ਇੱਕ ਸੌਦਾ ਕਰੀਏ? ਤੈਨੂੰ ਜਿੰਨਾ ਚਾਹੀਦਾ ਇੱਥੋਂ ਲੈਟਿਊਸ ਲੈ ਜਾ, ਪਰ ਇੱਕ ਸ਼ਰਤ ਤੇ। ਤੁਹਾਡੇ ਬੱਚੇ ਦਾ ਜਨਮ ਹੁੰਦੇ ਹੀ ਮੈਨੂੰ ਦੇ ਦਵੋਗੇ। ਡਰ ਦੇ ਮਾਰੇ ਉਹਨਾਂ ਨੇ ਹਾਂ ਕਹਿ ਦਿੱਤਾ। ਕੁਝ ਦਿਨਾਂ ਬਾਅਦ ਕੁੜੀ ਹੋਈ ਅਤੇ ਡਾਇਨ ਆ ਕੇ ਉਹਨੂੰ ਲੈ ਗਈ। ਉਹਨੇ ਉਹਦਾ ਨਾਮ ਰੱਖਿਆ ਰੈਪੁਨਜ਼ਲ, ਕਿਉਂਕਿ ਜਿਹੜੇ ਲੈਟਿਊਸ ਉਹਦੀ ਮਾਂ ਖਾਂਦੀ ਸੀ ਉਹਨਾਂ ਦਾ ਨਾਮ ਵੀ ਉਹੀ ਸੀ। ਉਸ ਡਾਇਨ ਨੇ ਰੈਪੁਨਜ਼ਲ ਦਾ ਬੜਾ ਖਿਆਲ ਰੱਖਿਆ। 16 ਸਾਲ ਦੀ ਹੁੰਦੇ ਹੁੰਦੇ ਉਹ ਬੜੀ ਸੋਹਣੀ ਹੋ ਚੁੱਕੀ ਸੀ। ਉਹਦਾ ਘਰ ਜੰਗਲ ਦੇ ਵਿੱਚ ਇੱਕ ਬਹੁਤ ਉੱਚੀ ਇਮਾਰਤ ਵਿੱਚ ਸੀ ਅਤੇ ਇਸ ਇਮਾਰਤ ਵਿੱਚ ਪੌੜੀਆਂ ਨਹੀਂ ਸੀ, ਸਿਰਫ ਉੱਪਰ ਇੱਕ ਬਾਰੀ ਸੀ। ਡਾਇਨ ਨੇ ਕਦੇ ਵੀ ਇਸ ਮੁਟਿਆਰ ਦੇ ਵਾਲ ਨਹੀਂ ਕੱਟੇ ਸੀ। ਉਹਨੂੰ ਮਿਲਣ ਆਂਦੀ ਤਾਂ ਥੱਲੇ ਤੋਂ ਆਵਾਜ਼ ਦਿੰਦੀ, ਰੈਪੁਨਜ਼ਲ, 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 ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰ। ਤੁਹਾਡੀ ਮੰਮੀ ਹਾਂ। ਆਪਣੀ ਬਾਰੀ ਚੋਂ ਰੈਪੁਨਜ਼ਲ ਆਪਣੇ ਸੋਨੇ ਵਰਗੇ ਬਾਲ ਥੱਲੇ ਕੱਢਦੀ ਅਤੇ ਉਸ ਦੇ ਸਹਾਰੇ ਇਹ ਡਾਇਨ ਉੱਪਰ ਚੜ ਜਾਂਦੀ। ਇਹ ਸਾਲਾਂ ਤੱਕ ਚੱਲਦਾ ਰਿਹਾ। ਇੱਕ ਦਿਨ ਉਸ ਜੰਗਲ ਵਿੱਚ ਇੱਕ ਪ੍ਰਿੰਸ ਆਇਆ ਸ਼ਿਕਾਰ ਕਰਨ ਅਤੇ ਉਹਨੇ ਇੱਕ ਸੁਰੀਲੀ ਆਵਾਜ਼ ਨੂੰ ਸੁਣਿਆ, ਗਾਣਾ ਗਾਉਂਦੇ। ਕਿੰਨੀ ਸੁਰੀਲੀ ਆਵਾਜ਼ ਹੈ। ਉਹਨੇ ਸੋਚਿਆ ਅਤੇ ਆਵਾਜ਼ ਵੱਲ ਨੂੰ ਤੁਰ ਪਿਆ। ਰੈਪੁਨਜ਼ਲ ਦੀ ਇਮਾਰਤ ਦੇ ਕੋਲ ਆ ਕੇ ਉਹਨੇ ਖੱਬੇ ਦੇਖਿਆ, ਫਿਰ ਸੱਜੇ, ਪਰ ਕੋਈ ਪੌੜੀ ਵੋੜੀ ਨਜ਼ਰ ਨਹੀਂ ਆਈ।
ਆਵਾਜ਼ ਹਰ ਰੋਜ਼ ਪ੍ਰਿੰਸ ਨੂੰ ਉੱਥੇ ਖਿੱਚ ਕੇ ਲੈ ਆਂਦੀ ਸੀ, ਪਰ ਉੱਪਰ ਚੜ੍ਹਨਾ ਨਹੀਂ ਹੋ ਸਕਿਆ। ਇੱਕ ਰਾਤ ਇਮਾਰਤ ਦੇ ਵੱਲ ਜਾਂਦੇ ਹੋਏ ਉਹਨੂੰ ਥੱਲੇ ਡਾਇਨ ਦਿਖੀ। ਰੈਪੁੰਜ਼ਲ, ਰੈਪੁੰਜ਼ਲ, ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰੋ। ਤੁਹਾਡੀ ਮੰਮੀ ਹਾਂ। ਆਪਣੀ ਬਾਰੀ ਚੋਂ ਰੈਪੁੰਜ਼ਲ ਨੇ ਆਪਣੇ ਸੋਨੇ ਵਰਗੇ ਬਾਲ ਥੱਲੇ ਕੀਤੇ। ਅਗਲੇ ਦਿਨ ਸੂਰਜ ਡੁੱਬਦੇ ਹੀ ਪ੍ਰਿੰਸ ਉੱਥੇ ਗਿਆ ਅਤੇ ਆਵਾਜ਼ ਦੇ ਕੇ ਚਿল্ਲਾਇਆ, ਰੈਪੁੰਜ਼ਲ, ਰੈਪੁੰਜ਼ਲ, ਆਪਣੇ ਸੋਨੇ ਵਰਗੇ ਬਾਲ ਥੱਲੇ ਕਰੋ, ਮੈਂ ਤੁਹਾਡੀ ਮੰਮੀ ਹਾਂ। ਆਪਣੀ ਮਾਂ ਤੋਂ ਇਲਾਵਾ ਪਹਿਲੀ ਵਾਰ ਕਿਸੇ ਮਨੁੱਖ ਨੂੰ ਦੇਖ ਕੇ ਰੈਪੁੰਜ਼ਲ ਥੋੜੀ ਡਰ ਗਈ। ਤੁਸੀਂ ਮੰਮੀ ਨਹੀਂ ਹੋ, ਕਿਉਂ ਆਏ ਹੋ ਇੱਥੇ? ਡਰਨ ਦੀ ਕੋਈ ਗੱਲ ਨਹੀਂ ਹੈ। ਤੁਹਾਡੀ ਆਵਾਜ਼ ਸੁਣ ਕੇ ਤੁਹਾਡੀ ਆਵਾਜ਼ ਨਾਲ ਪਿਆਰ ਹੋ ਗਿਆ ਹੈ। ਆਵਾਜ਼ ਕਿਸ ਦੀ ਹੈ, ਬਸ ਇਹੀ ਵੇਚਣਾ ਹੈ। ਰੈਪੁੰਜ਼ਲ ਨੂੰ ਪ੍ਰਿੰਸ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਹੁਣ ਉਹਨੂੰ ਡਰ ਨਹੀਂ ਰਿਹਾ। ਕੁਝ ਸਮੇਂ ਤੋਂ ਸਭ ਕੁਝ ਸਹੀ ਚੱਲ ਰਿਹਾ ਸੀ ਅਤੇ ਡਾਇਨ ਨੂੰ ਵੀ ਕੋਈ ਭਣਕ ਨਹੀਂ ਲੱਗੀ। ਇੱਕ ਦਿਨ ਪ੍ਰਿੰਸ ਨੇ ਰੈਪੁੰਜ਼ਲ ਨਾਲ ਵਿਆਹ ਦੀ ਗੱਲ ਕੀਤੀ। ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਰੈਪੁੰਜ਼ਲ ਨੇ ਖੁਸ਼ੀ-ਖੁਸ਼ੀ ਹਾਂ ਕੀਤੀ, ਪਰ ਰੈਪੁੰਜ਼ਲ ਨੂੰ ਥੱਲੇ ਜਾਣ ਦਾ ਕੋਈ ਤਰੀਕਾ ਨਹੀਂ ਸੂਝ ਰਿਹਾ ਸੀ। ਅਚਾਨਕ ਇੱਕ ਆਈਡੀਆ ਆਇਆ। ਹਰ ਵਾਰੀ ਪ੍ਰਿੰਸ ਕੱਪੜੇ ਦਾ ਇੱਕ ਟੋਟਾ ਲੈ ਕੇ ਆਂਦਾ ਸੀ। ਰੈਪੁੰਜ਼ਲ ਉਹਨਾਂ ਨੂੰ ਜੋੜ ਕੇ ਇੱਕ ਰੱਸੀ ਬਣਾ ਰਹੀ ਸੀ, ਪਰ ਇੱਕ ਦਿਨ ਰੈਪੁੰਜ਼ਲ ਨੇ ਇੱਕ ਗਲਤੀ ਕਰ ਦਿੱਤੀ ਅਤੇ ਉਹਦੇ ਮੂੰਹ ਚੋਂ ਇੱਕ ਗੱਲ ਨਿਕਲ ਗਈ। ਮੰਮੀ, ਤੁਹਾਡੇ ਨਾਲੋਂ ਜ਼ਿਆਦਾ ਛੇਤੀ ਤਾਂ ਪ੍ਰਿੰਸ ਚੜ੍ਹਦਾ ਹੈ। ਪ੍ਰਿੰਸ? ਕੌਣ ਪ੍ਰਿੰਸ? ਕੌਣ ਪ੍ਰਿੰਸ? ਡਾਇਨ ਨੂੰ ਸਮਝ ਆ ਗਿਆ ਕਿ ਕੁਝ ਗੜਬੜ ਹੈ ਅਤੇ ਉਹ ਚਿল্ਲਾਣ ਲੱਗੀ, ਤੂੰ ਮੈਨੂੰ ਧੋਖਾ ਦਿੱਤਾ। ਮੈਂ ਤੈਨੂੰ ਬਾਹਰ ਦੀ ਦੁਨੀਆ ਤੋਂ ਬਚਾਉਣਾ ਚਾਹੁੰਦੀ ਸੀ। ਡਾਇਨ ਨੇ ਗੁੱਸੇ ਦੇ ਮਾਰੇ ਰੈਪੁੰਜ਼ਲ ਦੇ ਸੋਨੇ ਵਰਗੇ ਬਾਲ ਕੱਟ ਦਿੱਤੇ। ਅਤੇ ਉਹਨੂੰ ਇੱਕ ਦੂਰ ਦਰਾਜ਼ ਦੇ ਰੇਗਿਸਤਾਨ ਭੇਜ ਦਿੱਤਾ। ਉਸ ਰਾਤ ਡਾਇਨ ਘਰ ਵਿੱਚ ਪ੍ਰਿੰਸ ਦੇ ਆਉਣ ਦੀ ਉਡੀਕ ਕਰ ਰਹੀ ਸੀ। ਥੋੜੀ ਦੇਰ ਵਿੱਚ ਪ੍ਰਿੰਸ ਦੀ ਆਵਾਜ਼ ਆਈ, ਰੈਪੁੰਜ਼ਲ, ਰੈਪੁੰਜ਼ਲ, ਆਪਣੇ ਸੋਨੇ ਵਰਗੇ ਬਾਲ ਤਾਂ ਥੱਲੇ ਕਰੋ, ਤੁਹਾਡਾ ਪ੍ਰਿੰਸ ਹਾਂ। ਡਾਇਨ ਨੇ ਰੈਪੁੰਜ਼ਲ ਦੇ ਬਾਲ ਥੱਲੇ ਕਰ ਦਿੱਤੇ। ਉੱਪਰ ਕੌਣ ਹੈ ਨਾ ਜਾਣਦੇ ਹੋਏ ਪ੍ਰਿੰਸ ਚੜਨ ਲੱਗ ਪਿਆ। ਉਥੇ ਰੈਪੁੰਜ਼ਲ ਨਹੀਂ ਬਲਕਿ ਡਾਇਨ ਦਿਖੀ। ਉਹ ਸਮਝ ਗਿਆ ਕਿ ਕੁਝ ਬੁਰਾ ਹੋਇਆ ਹੈ। ਡਾਇਨ ਉਹਦੇ ਵੱਲ ਆ ਰਹੀ ਸੀ ਕਿ ਪ੍ਰਿੰਸ ਘਬਰਾ ਕੇ ਡਿੱਗ ਪਿਆ। ਹੱਲੇ ਕੁਝ ਬੂਟੇ ਸੀ ਤੇ ਪ੍ਰਿੰਸ ਬਚ ਗਿਆ, ਪਰ ਅੱਖਾਂ ਵਿੱਚ ਕੰਡੇ ਲੱਗਣ ਕਰਕੇ ਉਹ ਦੇਖ ਨਹੀਂ ਪਾ ਰਿਹਾ ਸੀ। ਬਿਨਾਂ ਦੇਖੇ ਪ੍ਰਿੰਸ ਜੰਗਲ ਵਿੱਚ ਘੁੰਮਦਾ ਰਿਹਾ ਸੀ, ਰੈਪੁੰਜ਼ਲ ਨੂੰ ਲੱਭਦੇ ਹੋਏ। ਰਸਤੇ ਵਿੱਚ ਜੋ ਵੀ ਫਲ ਮਿਲੇ ਤੋੜ ਕੇ ਖਾਦੇ।
ਤੁਰਦੇ ਤੁਰਦੇ ਇੰਨੀ ਦੂਰ ਗਿਆ ਕਿ ਰੇਗਿਸਤਾਨ ਪਹੁੰਚ ਗਿਆ ਅਤੇ ਅਚਾਨਕ ਕੁਝ ਹੋਇਆ। ਇੱਕ ਸੁਰੀਲੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਉਹ ਪਛਾਣਦਾ ਸੀ। ਉਹ ਉਸ ਆਵਾਜ਼ ਵੱਲ ਤੁਰਨ ਲੱਗਿਆ, ਚਿল্ਲਾਉਂਦੇ ਹੋਏ, ਰਾਪੁੰਜ਼ਲ, ਰਾਪੁੰਜ਼ਲ। ਰੈਪੁੰਜ਼ਲ ਨੇ ਪ੍ਰਿੰਸ ਦੀ ਆਵਾਜ਼ ਪਛਾਣ ਲਈ। ਪ੍ਰਿੰਸ, ਤੁਸੀਂ? ਉਹ ਉਹਦੇ ਵੱਲ ਦੌੜ ਪਈ। ਦੋਨੋਂ ਕਿੰਨੇ ਖੁਸ਼ ਹੋਏ। ਮਿਲਦੇ ਹੀ ਦੋਨੋਂ ਗਲੇ ਲੱਗੇ ਅਤੇ ਉਹ ਰੋਣ ਲੱਗ ਪਈ। ਰੈਪੁੰਜ਼ਲ ਦੇ ਹੰਝੂ ਪ੍ਰਿੰਸ ਦੀਆਂ ਅੱਖਾਂ ਉੱਤੇ ਡਿੱਗੇ ਅਤੇ ਅਚਾਨਕ ਇੱਕ ਚਮਤਕਾਰ ਹੋਇਆ ਅਤੇ ਪ੍ਰਿੰਸ ਅੱਖਾਂ ਖੋਲ੍ਹ ਕੇ ਦੇਖਣ ਲੱਗ ਪਿਆ। ਇਹ ਦੇਖ ਕੇ ਰੈਪੁੰਜ਼ਲ ਬਹੁਤ ਖੁਸ਼ ਹੋਈ। ਦੋਨੋਂ ਨਾਲ-ਨਾਲ ਪ੍ਰਿੰਸ ਦੇ ਕਿੰਗਡਮ ਗਏ, ਜਿੱਥੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਦੋਨੋਂ ਹਮੇਸ਼ਾ ਖੁਸ਼ ਰਹੇ। ਸਾਡੀ ਪਿਆਰੀ ਜਲਪਰੀ। ਡੂੰਘੇ ਮਹਾਸਾਗਰਾਂ ਵਿੱਚ ਬਹੁਤ ਕੁਝ ਲੁਕਿਆ ਸੀ, ਜਿਹਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਸੀ। ਵੱਡੀਆਂ ਵੱਡੀਆਂ ਵੇਲਸ, ਸ਼ਰਾਰਤੀ ਹੋਈਆਂ ਡੌਲਫਿਨਸ ਅਤੇ ਰੇਨਬੋ ਦੇ ਹਰ ਕਲਰ ਦੀਆਂ ਮੱਛੀਆਂ। ਉਸ ਤੋਂ ਵੀ ਥੱਲੇ, ਜਿੱਥੇ ਸੂਰਜ ਦੀਆਂ ਕਿਰਨਾਂ ਵੀ ਨਹੀਂ ਪਹੁੰਚਦੀਆਂ ਸੀ, ਉੱਥੇ ਸੀ ਡੀਪ ਸੀ ਕਿੰਗਡਮ। ਉੱਥੋਂ ਦੇ ਲੋਕੀ ਬਾਕੀ ਪ੍ਰਾਣੀਆਂ ਦੇ ਨਾਲ ਬੜੇ ਹੀ ਪ੍ਰੇਮ ਨਾਲ ਰਹਿੰਦੇ ਸੀ। ਉੱਥੋਂ ਦੇ ਬਾਦਸ਼ਾਹ ਆਪਣੀ ਮਾਂ ਅਤੇ 6 ਧੀਆਂ ਨਾਲ ਰਹਿੰਦੇ ਸੀ ਅਤੇ ਸਮੁੰਦਰਾਂ ਤੇ ਰਾਜ ਕਰਦੇ ਸੀ। ਬਾਦਸ਼ਾਹ ਨੂੰ ਆਪਣੀ ਧੀਆਂ ਨਾਲ ਬਹੁਤ ਪਿਆਰ ਸੀ। ਉਹਨਾਂ ਨੂੰ ਡਰ ਸੀ ਕਿ ਕਦੀ ਨਾ ਕਦੀ ਧਰਤੀ ਦੇ ਲੋਕ ਉਹਨਾਂ ਦੀ ਧੀਆਂ ਨੂੰ ਨੁਕਸਾਨ ਪਹੁੰਚਾਉਣਗੇ। ਇਸ ਲਈ ਉਹ ਉਹਨਾਂ ਨੂੰ ਪਾਣੀ ਦੇ ਉੱਪਰਲੇ ਹਿੱਸੇ ਵਿੱਚ ਤੈਰਨ ਦੀ ਪਰਮਿਸ਼ਨ ਨਹੀਂ ਦਿੰਦੇ ਸੀ। ਸਮੁੰਦਰ ਤੋਂ ਬਾਹਰ ਰਹਿਣ ਵਾਲੇ ਸਾਰੇ ਲੋਕ ਮਾੜੇ ਨੇ। ਉਹ ਲੋਕੀ ਮਾੜੇ ਕਿਉਂ ਨੇ ਡੈਡੀ? ਕਿਉਂਕਿ ਮਨੁੱਖ ਸਮੁੰਦਰ ਨੂੰ ਗੰਦਾ ਕਰਦੇ ਨੇ ਤੇ ਉਹਦੇ ਵਿੱਚ ਰਹਿਣ ਵਾਲੀ ਪਰੀਆਂ ਨੂੰ ਮਾਰ ਦਿੰਦੇ ਨੇ। ਪਿਆਰੀ ਜਲਪਰੀ ਨੂੰ ਜਾਣਨਾ ਸੀ ਕਿ ਧਰਤੀ ਤੇ ਰਹਿਣ ਵਾਲੇ ਲੋਕੀ ਕਿੱਦਾਂ ਦੇ ਹੁੰਦੇ ਨੇ। ਉਹਦੀਆਂ ਭੈਣਾਂ ਤੋਂ ਸੁਣੀਆਂ ਕਹਾਣੀਆਂ ਕਾਫੀ ਨਹੀਂ ਸੀ। ਉਹਦੀ ਬੇਬੇ ਵੀ ਉਹਨੂੰ ਮਨੁੱਖਾਂ ਤੋਂ ਦੂਰ ਰਹਿਣ ਲਈ ਕਹਿੰਦੀ ਰਹਿੰਦੀ ਸੀ। ਉਹ ਸਮੁੰਦਰ ਦੇ ਗੇਟ ਤੋਂ ਬਾਹਰ ਤਾਂ ਹੀ ਜਾ ਸਕਦੀ ਸੀ ਜਦੋਂ ਉਹ ਰਾਜਕੁਮਾਰੀ ਬਣ ਜਾਵੇ ਅਤੇ ਆਪਣੀ ਭੈਣਾਂ ਜਿੰਨੀ ਵੱਡੀ ਹੋ ਜਾਵੇ। ਪਿਆਰੀ ਜਲਪਰੀ ਨੇ ਆਪਣੀ ਭੈਣਾਂ ਨੂੰ ਬਾਹਰ ਜਾਂਦੇ ਹੋਏ ਵੇਖ ਕੇ ਇਹ ਮਿੱਥ ਲਿਆ ਕਿ ਉਹ ਵੀ ਜਾਵੇਗੀ। ਪਰ ਕਿੱਦਾਂ? ਉਹ ਡੌਲਫਿਨ ਦੇ ਨਾਲ ਗਈ ਹਿਮਰਨ ਵੇਲ ਨੂੰ ਮਿਲਣ, ਕਿਉਂਕਿ ਹਿਮਰਨ ਨੂੰ ਗੇਟ ਦੇ ਅੰਦਰ ਬਾਹਰ ਹੋਣ ਦੀ ਪੂਰੀ ਆਜ਼ਾਦੀ ਸੀ। ਉਹਨੇ ਹਿਮਰਨ ਨੂੰ ਆਪਣਾ ਪਲਾਨ ਦੱਸਿਆ। ਭਰਾ, ਬਾਦਸ਼ਾਹ ਨਾਲ ਕੌਣ ਪੰਗਾ ਲਵੇਗਾ? ਪਰ ਹਿਮਰਨ ਮੰਨਣ ਨੂੰ ਤਿਆਰ ਨਹੀਂ ਸੀ। ਪਰ ਫੇਰ ਉਹਨੂੰ ਉਹਦੇ ਹਾਲਾਤ ਤੇ ਤਰਸ ਆ ਗਿਆ ਅਤੇ ਉਹਦੀ ਮਦਦ ਕਰਨ ਲਈ ਤਿਆਰ ਹੋ ਗਿਆ। ਹਿਮਰਨ ਅਤੇ ਡੌਲਫਿਨ ਸੀ ਗੇਟ ਤੇ ਗਏ। ਉਹਨਾਂ ਨੂੰ ਵੇਖ ਕੇ ਗਾਰਡ ਨੇ ਉਹਨਾਂ ਨੂੰ ਜਾਣ ਦਿੱਤਾ ਬਿਨਾਂ ਕਿਸੇ ਸਵਾਲ ਦੇ। ਉੱਥੋਂ ਕਾਫੀ ਦੂਰ ਜਾ ਕੇ ਹਿਮਰਨ ਨੇ ਆਪਣਾ ਵੱਡਾ ਸਾਰਾ ਮੂੰਹ ਖੋਲ੍ਹਿਆ ਅਤੇ ਅੰਦਰੋਂ ਨਿਕਲੀ ਸਾਡੀ ਪਿਆਰੀ ਜਲਪਰੀ ਏਰੀਅਲ। ਏਰੀਅਲ ਹਿਮਰਨ ਦੀ ਮਦਦ ਨਾਲ ਸਮੁੰਦਰ ਦੇ ਉੱਤੇ ਤੱਕ ਗਈ। ਉਹਨੇ ਪਹਿਲੀ ਵਾਰੀ ਹਵਾ ਨੂੰ ਮਹਿਸੂਸ ਕੀਤਾ ਅਤੇ ਨੀਲਾ ਅਸਮਾਨ ਪਹਿਲੀ ਵਾਰੀ ਵੇਖਿਆ। ਕਿੰਨਾ ਚੰਗਾ ਹੈ। ਉਸੇ ਘੜੀ ਏਰੀਅਲ ਨੂੰ ਮਿਊਜ਼ਿਕ ਸੁਣਾਈ ਦਿੱਤਾ। ਕਿੱਥੋਂ ਆ ਰਹੀ ਸੀ ਇਹ ਧੁਨ?
ਉਹਨੇ ਵੇਖਿਆ ਕੋਲ ਹੀ ਇੱਕ ਸ਼ਿਪ ਸੀ। ਉਹਨੇ ਪਹਿਲੀ ਵਾਰੀ ਇੱਕ ਸ਼ਿਪ ਨੂੰ ਵੇਖਿਆ ਸੀ। ਇਹਨੂੰ ਸ਼ਿਪ ਕਹਿੰਦੇ ਨੇ ਨਾ, ਚਲੋ ਚਲੀਏ। ਡੌਲਫਿਨ ਉਹਨੂੰ ਕਹਿੰਦਾ ਰਿਹਾ ਨਾ ਜਾਣ ਵਾਸਤੇ, ਪਰ ਉਹ ਦੂਰ ਨਿਕਲ ਚੁੱਕੀ ਸੀ। ਛੇਤੀ ਛੇਤੀ ਜਾ ਰਹੀ ਸੀ ਸ਼ਿਪ ਵੱਲ। ਇਹ ਸ਼ਿਪ ਕਿਸੇ ਬਾਦਸ਼ਾਹ ਦੀ ਸੀ। ਉਹ ਆਪਣੇ ਪੁੱਤਰ ਪ੍ਰਿੰਸ ਐਰਿਕ ਦਾ ਬਰਥਡੇ ਸੈਲੀਬ੍ਰੇਟ ਕਰ ਰਹੀ ਸੀ। ਉਹ ਆਪਣੇ ਪੁੱਤਰ ਦਾ ਵਿਆਹ ਛੇਤੀ ਤੋਂ ਛੇਤੀ ਕਰਨਾ ਚਾਹੁੰਦੇ ਸੀ। ਤਾਂ ਹੀ ਤਾਂ ਸਾਰੀਆਂ ਸਿੰਗਲ ਪ੍ਰਿੰਸੈਸਸ ਨੂੰ ਇਸ ਪਾਰਟੀ ਵਿੱਚ ਸੱਦਿਆ ਗਿਆ ਸੀ। ਇਹ ਤਾਂ ਪ੍ਰਿੰਸ ਹੈ ਤੇ ਮਨੁੱਖ ਵੀ। ਡੌਲਫਿਨ ਨੇ ਫੇਰ ਵਾਰਨਿੰਗ ਦਿੱਤੀ। ਏਰੀਅਲ ਨੇ ਪ੍ਰਿੰਸ ਦੀ ਧੁਨ ਉੱਤੇ ਬੜਾ ਸੋਹਣਾ ਗਾਇਆ। ਪ੍ਰਿੰਸ ਨੂੰ ਆਵਾਜ਼ ਬਹੁਤ ਚੰਗੀ ਲੱਗੀ, ਪਰ ਇਹ ਆ ਕਿੱਥੋਂ ਰਹੀ ਹੈ? ਤੂੰ ਲੁਕ ਜਾ ਏਰੀਅਲ, ਵਰਨਾ ਤੈਨੂੰ ਵੇਖ ਲੈਣਗੇ, ਡੌਲਫਿਨ ਨੇ ਕਿਹਾ। ਪਿਆਰੀ ਜਲਪਰੀ ਅਤੇ ਡੌਲਫਿਨ ਦੋਨੋਂ ਪਾਣੀ ਦੇ ਅੰਦਰ ਚਲੇ ਗਏ। ਡੂੰਘੇ ਸਮੁੰਦਰ ਵਿੱਚ ਸੀ ਕਿੰਗਡਮ ਦੇ ਅੰਦਰ ਸਮੁੰਦਰ ਦੀ ਜਾਦੂਗਰਨੀ ਵੇਖ ਰਹੀ ਸੀ ਇਹ ਸਭ ਕੁਝ ਆਪਣੀ ਕ੍ਰਿਸਟਲ ਬਾਲ ਵਿੱਚ। ਆ ਗਏ ਉਹ ਦਿਨ, ਮਾਂ ਸਾਗਰ ਦੇ ਬਾਦਸ਼ਾਹ ਦੀ ਧੀ, ਇੱਕ ਮਨੁੱਖ ਦੇ ਨਾਲ ਤੂਫਾਨ ਆ ਜਾ, ਤਬਾਹੀ ਮਚਾ ਜਾ, ਸਮੁੰਦਰ ਦੇ ਉੱਤੇ ਆਪਣਾ ਜ਼ੋਰ ਦਿਖਾ ਜਾ। ਜਾਦੂਗਰਨੀ ਦੇ ਏਦਾਂ ਕਹਿੰਦੇ ਹੀ ਖਤਰਨਾਕ ਲਹਿਰਾਂ ਪ੍ਰਿੰਸ ਦੇ ਸ਼ਿਪ ਵੱਲ ਨੂੰ ਤੁਰਨ ਲੱਗ ਪਈਆਂ ਅਤੇ ਉਹ ਪੱਥਰਾਂ ਵੱਲ ਜਾਣ ਲੱਗ ਪਈ। ਪਿਆਰੀ ਜਲਪਰੀ ਨੂੰ ਇਹ ਵੇਖ ਕੇ ਬਹੁਤ ਫਿਕਰ ਹੋਣ ਲੱਗੀ। ਇਹ ਸ਼ਿਪ ਤਾਂ ਟਕਰਾ ਕੇ ਟੁੱਟ ਕੇ ਡੁੱਬ ਜਾਵੇਗੀ। ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਪਿਆਰੀ ਜਲਪਰੀ ਨੂੰ ਡੁੱਬਦੇ ਹੋਏ ਸ਼ਿਪ ਦੇ ਕੋਲ ਤੈਰਦਾ ਹੋਇਆ ਪ੍ਰਿੰਸ ਦਾ ਫਲੂਟ ਮਿਲਿਆ ਤੇ ਫੇਰ ਦਿਸਿਆ ਡੁੱਬਦਾ ਹੋਇਆ ਪ੍ਰਿੰਸ। ਉਹ ਉਹਨੂੰ ਹੱਥਾਂ ਨਾਲ ਖਿੱਚ ਕੇ ਤੈਰਦੇ ਹੋਏ ਸੀ ਸ਼ੋਰ ਤੱਕ ਲੈ ਆਂਦੀ ਹੈ। ਉੱਠ ਜਾਓ, ਪਲੀਜ਼ ਉੱਠ ਜਾਓ। ਪ੍ਰਿੰਸ ਨੂੰ ਹੋਸ਼ ਆਂਦਾ ਹੈ ਤੇ ਉਹ ਹੌਲੀ-ਹੌਲੀ ਆਪਣੀਆਂ ਅੱਖਾਂ ਖੋਲਦਾ ਹੈ। ਤੁਸੀਂ ਜਿੰਦਾ ਹੋ, ਪਿਆਰੀ ਜਲਪਰੀ ਨੇ ਖੁਸ਼ ਹੋ ਕੇ ਕਿਹਾ। ਦੂਰੋਂ ਇੱਕ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਉਹਨੂੰ ਖਿਆਲ ਆਇਆ ਕਿ ਉਹ ਕਿੱਥੇ ਹੈ ਅਤੇ ਉਹਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਪ੍ਰਿੰਸ ਦਾ ਇੱਕ ਹੈਲਪਰ ਅਤੇ ਇੱਕ ਪ੍ਰਿੰਸੈਸ ਉੱਥੇ ਆਏ ਉਹਨੂੰ ਲੱਭਦੇ ਹੋਏ। ਮੈਨੂੰ ਇੱਕ ਕੁੜੀ ਨੇ ਬਚਾਇਆ। ਮੈਂ ਉਹਦੀ ਆਵਾਜ਼ ਪਹਿਲਾਂ ਵੀ ਸੁਣੀ ਸੀ। ਉਹਦੀ ਆਵਾਜ਼ ਬਹੁਤ ਸੋਹਣੀ ਸੀ। ਪਿਆਰੀ ਜਲਪਰੀ ਵਾਪਸ ਡੀਪ ਸੀ ਕਿੰਗਡਮ ਵਿੱਚ ਆ ਚੁੱਕੀ ਸੀ। ਪ੍ਰਿੰਸ ਦਾ ਫਲੂਟ ਉਹਦੇ ਕੋਲ ਹੀ ਸੀ। ਉਹ ਉਹਨਾਂ ਦੇ ਬਾਰੇ ਹੀ ਸੋਚ ਰਹੀ ਸੀ। ਉਦੋਂ ਹੀ ਬਾਦਸ਼ਾਹ ਉੱਥੇ ਆਂਦੇ ਨੇ ਅਤੇ ਫਲੂਟ ਨੂੰ ਵੇਖਦੇ ਨੇ। ਉਹਨਾਂ ਨੂੰ ਵੇਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਿਸੇ ਮਨੁੱਖ ਦੀ ਹੈ। ਸਾਡੇ ਕੁਝ ਨਿਯਮ ਨੇ ਅਤੇ ਸਭ ਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ, ਖਾਸ ਕਰ ਮੇਰੇ ਬੱਚਿਆਂ ਨੂੰ। ਕੀ ਇਹ ਸੱਚ ਹੈ ਕਿ ਤੂੰ ਕਿਸੇ ਮਨੁੱਖ ਨੂੰ ਡੁੱਬਣ ਤੋਂ ਬਚਾਇਆ? ਮੈਨੂੰ ਬਚਾਣਾ ਪਿਆ, ਨਹੀਂ ਤਾਂ ਪ੍ਰਿੰਸ ਉੱਥੇ ਹੀ ਮਰ ਜਾਂਦਾ, ਏਰੀਅਲ ਨੇ ਮੁੜ ਕੇ ਜਵਾਬ ਦਿੱਤਾ। ਬਸ ਕਰੋ, ਮਨੁੱਖ ਚੰਗੇ ਨਹੀਂ ਹੁੰਦੇ। ਉਹਨਾਂ ਦੀ ਦੁਨੀਆ ਤੇ ਸਾਡੀ ਦੁਨੀਆ ਵਿੱਚ ਕੋਈ ਰਿਸ਼ਤਾ ਨਹੀਂ ਹੋ ਸਕਦਾ। ਗੁੱਸੇ ਨਾਲ ਲਾਲ ਬਾਦਸ਼ਾਹ ਦੇ ਜਾਣ ਪਿੱਛੋਂ ਏਰੀਅਲ ਨੇ ਮਿਥ ਲਿਆ ਕਿ ਹੁਣ ਤਾਂ ਕਰਨਾ ਹੀ ਹੈ। ਏਰੀਅਲ ਸਿੱਧੀ ਗਈ ਸਮੁੰਦਰ ਦੀ ਜਾਦੂਗਰਨੀ ਦੇ ਕੋਲ ਅਤੇ ਉਸ ਤੋਂ ਮਦਦ ਮੰਗੀ। ਮਦਦ ਤਾਂ ਉਹ ਕਰ ਦੇਵੇਗੀ, ਪਰ ਬਦਲੇ ਵਿੱਚ ਉਹਨੂੰ ਆਪਣੀ ਫੀ ਚਾਹੀਦੀ ਹੈ, ਬਹੁਤ ਮਹਿੰਗੀ ਫੀ। ਮੈਂ ਇੱਕ ਦਵਾਈ ਬਣਾਵਾਂਗੀ ਜਿਹੜੀ ਤੈਨੂੰ ਮਨੁੱਖ ਬਣਾ ਦੇਵੇਗੀ। ਤੇਰੇ 2 ਪੈਰ ਵੀ ਨਿਕਲ ਆਣਗੇ। ਬਦਲੇ ਵਿੱਚ ਮੈਨੂੰ ਚਾਹੀਦੀ ਹੈ ਤੇਰੀ ਆਵਾਜ਼। ਮੇਰੀ ਆਵਾਜ਼? ਪਰ ਕਿਉਂ? ਥੱਕ ਹਾਰ ਕੇ ਪਿਆਰੀ ਜਲਪਰੀ ਮੰਨ ਹੀ ਗਈ, ਕਿਉਂਕਿ ਇਹ ਉਹਦੇ ਵਾਸਤੇ ਬਹੁਤ ਜ਼ਰੂਰੀ ਸੀ।
ਯਾਦ ਰੱਖੀ, ਤੀਸਰੇ ਦਿਨ ਦੇ ਮੁੱਕਣ ਤੱਕ, ਮਤਲਬ ਚੌਥੇ ਦਿਨ ਦੇ ਸੂਰਜ ਚੜ੍ਹਨ ਤੋਂ ਪਹਿਲਾਂ ਪ੍ਰਿੰਸ ਨੂੰ ਤੇਰੇ ਨਾਲ ਪਿਆਰ ਹੋਣਾ ਚਾਹੀਦਾ ਹੈ, ਵਰਨਾ ਤੂੰ ਫੇਰ ਤੋਂ ਜਲ ਪਰੀ ਬਣ ਜਾਵੇਂਗੀ ਅਤੇ ਪ੍ਰਿੰਸ ਕਦੀ ਵੀ ਤੇਰਾ ਨਹੀਂ ਹੋਵੇਗਾ। ਏਰੀਅਲ ਉਹ ਦਵਾਈ ਘੁੱਟ-ਘੁੱਟ ਕਰਕੇ ਪੀ ਗਈ। ਉਹ ਸਮੁੰਦਰ ਦੇ ਉੱਤੇ ਨੂੰ ਤੈਰ ਕੇ ਜਾਣ ਲੱਗੀ। ਹੌਲੀ-ਹੌਲੀ ਉਹਦੇ ਪੈਰ ਨਿਕਲ ਆਏ, ਬਿਲਕੁਲ ਮਨੁੱਖਾਂ ਵਰਗੇ। ਡੌਲਫਿਨ ਦੇ ਨਾਲ ਉਹ ਸੀ ਸ਼ੋਰ ਤੇ ਪਹੁੰਚੀ। ਉਹਦੇ ਉੱਥੇ ਆਂਦੇ ਹੀ ਪ੍ਰਿੰਸ ਦੀ ਨਜ਼ਰ ਉਹਦੇ ਉੱਤੇ ਪਈ ਤੇ ਉਹ ਉਹਦੇ ਕੋਲ ਆਇਆ। ਤੂੰ ਅਸੀਂ ਕਿਤੇ ਮਿਲੇ ਹਾਂ ਨਾ? ਏਰੀਅਲ ਕੁਝ ਬੋਲ ਨਹੀਂ ਸਕਦੀ ਸੀ, ਪਰ ਉਹਨੇ ਪ੍ਰਿੰਸ ਨੂੰ ਉਹਦਾ ਫਲੂਟ ਜ਼ਰੂਰ ਦਿੱਤਾ। ਪ੍ਰਿੰਸ ਨੇ ਉਸ ਦਿਨ ਵਾਲੀ ਧੁਨ ਫੇਰ ਬਜਾਈ। ਏਰੀਅਲ ਨੇ ਇਸ਼ਾਰਾ ਕੀਤਾ ਕਿ ਉਸ ਨੇ ਇਹ ਧੁਨ ਪਹਿਲਾਂ ਵੀ ਸੁਣੀ ਹੈ। ਇਹੀ ਧੁਨ ਵਜਾਉਂਦੇ ਹੋਏ ਮੈਂ ਤੁਹਾਨੂੰ ਵੇਖਿਆ ਸੀ, ਤੁਹਾਡੀ ਆਵਾਜ਼ ਸੁਣੀ ਸੀ ਅਤੇ ਫਿਰ ਤੁਸੀਂ ਮੈਨੂੰ ਡੁੱਬਣ ਤੋਂ ਬਚਾਇਆ ਸੀ। ਤੁਹਾਨੂੰ ਹੀ ਲੱਭ ਰਿਹਾ ਸੀ। ਪ੍ਰਿੰਸ ਨੂੰ ਪੱਕਾ ਯਕੀਨ ਸੀ ਕਿ ਉਹ ਕੁੜੀ ਏਰੀਅਲ ਹੀ ਸੀ ਜਿਸ ਨੇ ਉਹਨੂੰ ਬਚਾਇਆ ਸੀ, ਪਰ ਉਹ ਕੁੜੀ ਤਾਂ ਇੱਕ ਜਲਪਰੀ ਸੀ। ਉਹਦੀ ਬੜੀ ਸੋਹਣੀ ਆਵਾਜ਼ ਸੀ। ਏਰੀਅਲ ਵਿਚਾਰੀ ਚਾਹੁੰਦੀ ਤਾਂ ਸੀ ਪਰ ਗੱਲ ਨਹੀਂ ਕਰ ਸਕੀ। ਮੈਨੂੰ ਲੱਗਿਆ ਤੂੰ ਇੱਕ ਜਲਪਰੀ ਹੈ। ਆਪਣੀ ਆਵਾਜ਼ ਤਾਂ ਉਹ ਜਾਦੂਗਰਨੀ ਨੂੰ ਦੇ ਆਈ ਸੀ। ਪ੍ਰਿੰਸ ਨੂੰ ਲੱਗਿਆ ਕਿ ਇਹ ਉਹ ਕੁੜੀ ਨਹੀਂ ਹੈ ਜਿਸ ਨੇ ਉਹਨੂੰ ਬਚਾਇਆ ਸੀ। ਫੇਰ ਵੀ ਉਹਨੇ ਉਹਦੀ ਮਦਦ ਕਰਨ ਲਈ ਸੋਚਿਆ। ਪ੍ਰਿੰਸ ਪਿਆਰੀ ਜਲਪਰੀ ਨੂੰ ਆਪਣੇ ਮਹਿਲ ਵਿੱਚ ਲੈ ਆਇਆ। ਬਾਦਸ਼ਾਹ ਨੇ ਵਿਆਹ ਦੀਆਂ ਤਿਆਰੀਆਂ ਕਰਨ ਦਾ ਹੁਕਮ ਦਿੱਤਾ। ਉਹ ਆਪਣੇ ਪੁੱਤਰ ਦਾ ਵਿਆਹ ਇੱਕ ਰਾਜਕੁਮਾਰੀ ਨਾਲ ਕਰਨ ਵਾਲਾ ਸੀ। ਵਿਚਾਰੀ ਪਿਆਰੀ ਜਲਪਰੀ ਹੁਣ ਚੁੱਪਚਾਪ ਵੇਖਣ ਤੋਂ ਇਲਾਵਾ ਕੁਝ ਕਰ ਵੀ ਨਹੀਂ ਸਕਦੀ ਸੀ। ਜਦ ਤੱਕ ਬੋਲੇ ਨਾ, ਪ੍ਰਿੰਸ ਨੂੰ ਪਤਾ ਕਿਵੇਂ ਲੱਗੇ? ਉਹਨੂੰ ਜਾਦੂਗਰਨੀ ਦੀ ਗੱਲ ਯਾਦ ਆਈ। ਯਾਦ ਰੱਖੀ, ਤੀਸਰੇ ਦਿਨ ਦੇ ਮੁੱਕਣ ਤੱਕ, ਮਤਲਬ ਚੌਥੇ ਦਿਨ ਦੇ ਸੂਰਜ ਚੜ੍ਹਨ ਤੋਂ ਪਹਿਲਾਂ ਪ੍ਰਿੰਸ ਨੂੰ ਤੇਰੇ ਨਾਲ ਪਿਆਰ ਹੋਣਾ ਚਾਹੀਦਾ ਹੈ, ਵਰਨਾ ਤੂੰ ਫੇਰ ਤੋਂ ਜਲ ਪਰੀ ਬਣ ਜਾਵੇਂਗੀ। ਵੇਖਦੇ ਵੇਖਦੇ ਪਹਿਲੇ 2 ਦਿਨ ਨਿਕਲ ਗਏ। ਹੁਣ ਤੀਸਰਾ ਦਿਨ ਆ ਗਿਆ। ਉਸੇ ਦਿਨ ਬਾਦਸ਼ਾਹ ਅਤੇ ਉਹਨਾਂ ਦੀ ਬੇਗਮ ਆਪਣੇ ਪੁੱਤਰ ਦਾ ਵਿਆਹ ਗੁਆਂਢ ਦੇ ਰਾਜ ਦੀ ਪ੍ਰਿੰਸੈਸ ਨਾਲ ਕਰਵਾਉਣ ਵਾਸਤੇ ਨਿਕਲ ਗਏ। ਵਿਚਾਰੀ ਏਰੀਅਲ ਬੋਲ ਹੀ ਨਹੀਂ ਸਕੀ ਪ੍ਰਿੰਸ ਨੂੰ ਕਿ ਉਹ ਉਹੀ ਹੈ ਜਿਹਨੂੰ ਉਹ ਲੱਭ ਰਿਹਾ ਸੀ। ਪ੍ਰਿੰਸ ਨੇ ਮੰਨ ਲਿਆ ਕਿ ਜੋ ਵੀ ਉਹਨੇ ਵੇਖਿਆ ਸੀ ਉਹ ਇੱਕ ਸੁਪਨਾ ਸੀ। ਏਰੀਅਲ ਨੂੰ ਸਿਰਫ ਇੱਕ ਹੀ ਆਸ ਸੀ, ਪ੍ਰਿੰਸ ਲਈ ਉਹਦੀ ਚਾਹਤ। ਚੌਥੇ ਦਿਨ ਦਾ ਸੂਰਜ ਚੜ੍ਹਨ ਵਾਲਾ ਸੀ। ਏਰੀਅਲ ਦਾ ਰੋਣਾ ਰੁਕ ਨਹੀਂ ਰਿਹਾ ਸੀ ਅਤੇ ਉਸੇ ਵੇਲੇ ਕੋਈ ਜਾਦੂ ਜਿਹਾ ਹੋਇਆ। ਪਹਿਲਾਂ ਉਹਦੀਆਂ ਸਭ ਭੈਣਾਂ ਆਈਆਂ ਅਤੇ ਫੇਰ ਆਈ ਬੇਬੇ। ਮੇਰੀ ਪਿਆਰੀ ਧੀਏ, ਅਸੀਂ ਇੱਥੇ ਆਏ ਹਾਂ ਉਸ ਜਾਦੂਗਰਨੀ ਦੀ ਕੈਦ ਵਿੱਚੋਂ ਤੈਨੂੰ ਬਾਹਰ ਕੱਢਣ ਵਾਸਤੇ। ਅਤੇ ਉਸੇ ਵੇਲੇ ਮਹਾਸਾਗਰ ਦੇ ਬਾਦਸ਼ਾਹ ਪ੍ਰਗਟ ਹੋਏ। ਉਹਨਾਂ ਤੋਂ ਆਪਣੀ ਧੀ ਦਾ ਗਮ ਸਹਿਆ ਨਹੀਂ ਗਿਆ। ਏਰੀਅਲ, ਮੇਰੀ ਪਿਆਰੀ ਧੀਏ, ਤੇਰੀ ਖੁਸ਼ੀ ਤੋਂ ਵੱਧ ਕੇ ਮੇਰੇ ਲਈ ਹੋਰ ਕੁਝ ਵੀ ਨਹੀਂ ਹੈ। ਜਾ ਮੇਰੀ ਧੀਏ। ਬਾਦਸ਼ਾਹ ਨੇ ਆਪਣਾ ਤ੍ਰਿਸ਼ੂਲ ਬੇਬੇ ਦੇ ਹੱਥ ਵਿੱਚ ਇੱਕ ਸ਼ੰਖ ਉੱਤੇ ਫਿਰਾਇਆ ਜਿਹਦੇ ਵਿੱਚ ਏਰੀਅਲ ਦੀ ਆਵਾਜ਼ ਕੈਦ ਸੀ ਅਤੇ ਏਰੀਅਲ ਦੀ ਆਵਾਜ਼ ਬਾਹਰ ਆ ਗਈ। ਥੈਂਕ ਯੂ ਬੇਬੇ, ਥੈਂਕ ਯੂ ਡੈਡੀ, ਤੁਸੀਂ ਸਾਰੇ ਕਿੰਨੇ ਚੰਗੇ ਹੋ। ਹਿਮਰਨ ਵੇਲ ਦੀ ਪਿੱਠ ਤੇ ਬਹਿ ਕੇ ਉਹ ਸਾਰੇ ਪ੍ਰਿੰਸ ਦੀ ਸ਼ਿਪ ਵੱਲ ਤੁਰ ਪਏ। ਪ੍ਰਿੰਸ ਤੇ ਪ੍ਰਿੰਸੈਸ ਦਾ ਵਿਆਹ ਹੋਣ ਹੀ ਵਾਲਾ ਸੀ ਕਿ ਪ੍ਰਿੰਸ ਰੁਕ ਗਿਆ ਅਚਾਨਕ। ਉਹਨੂੰ ਜਲਪਰੀ ਦੀ ਮਿੱਠੀ ਆਵਾਜ਼ ਸੁਣਾਈ ਦਿੱਤੀ। ਉਹਨੂੰ ਆਪਣੇ ਵੱਲ ਆਂਦਾ ਵੇਖ ਕੇ ਪ੍ਰਿੰਸ ਨੇ ਬਿਨਾਂ ਰੁਕੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਮੈਂ ਜਾਣਦਾ ਸੀ ਉਹ ਤੂੰ ਹੀ ਸੀ। ਆਪਣੇ ਦੋਸਤਾਂ ਅਤੇ ਆਪਣੇ ਪਰਿਵਾਰ ਦੀ ਮਦਦ ਨਾਲ ਏਰੀਅਲ ਨੂੰ ਉਹਦੀ ਆਵਾਜ਼ ਵਾਪਸ ਮਿਲ ਗਈ ਅਤੇ ਪ੍ਰਿੰਸ ਵੀ।
ਪਰ ਹੁਣ ਉਹ ਜਲਪਰੀ ਨਹੀਂ ਸੀ। ਉਹ ਆਪਣੀ ਜ਼ਿੰਦਗੀ ਬਿਤਾਉਣ ਵਾਲੀ ਸੀ ਮਨੁੱਖ ਬਣ ਕੇ। ਏਰੀਅਲ ਤੇ ਪ੍ਰਿੰਸ ਦੀ ਦੁਨੀਆ ਬਸੀ, ਦੋਸਤੀ, ਸ਼ਾਂਤੀ ਅਤੇ ਪ੍ਰੇਮ ਦੇ ਸੁਨੇਹੇ ਦੇ ਨਾਲ, ਸਮੁੰਦਰ ਅਤੇ ਧਰਤੀ ਤੇ ਵਿਚਕਾਰ।